लास्ट जो टॉपिक सेगा उससे तो दोबारा शुरू कर रहे हैं, ग्रुपिंग ऑफ अडंटिकल सेल। ठीक है, या इतना कह लो कि ग्रुपिंग ऑफ सेल ऑफ अडंटिकल ईएमएफ। ਹੁਣ ਜਿਹੜਾ अगला टॉपिक है पुत ऐसे च 3 टॉपिक बनने आ कि जे आइडेंटिकल ईएमएफ वाले सैल तुसी सीरीज च जोड़ो उदों करंट दा की फार्मूला, जे आइडेंटिकल ईएमएफ वाले सैल पैरेलल च जोड़ा या मिक्स्ड कॉम्बिनेशन च जोड़ा ते उदों करंट दा की फार्मूला। उन्हां विचों एक टॉपिक आपां पहलो पिछले वाला रिपीट करन लगे। टॉपिक हैगा अपने को ग्रुपिंग ऑफ सेल्स ऑफ आइडेंटिकल ईएमएफ। ये जो पहला कॉम्बिनेशन जिहड़ा सीगा वो अपने को आया सी सीरीज कॉम्बिनेशन। थोड़ा जिहा जल्दी खत्म कर दांगा, ठीक है, रिकॉल कर लिए तो याद आ जाए। ये जो सीगा सी कि जे अपने को एज सच नंबर ऑफ सेट जिहड़े ने दे आर कनेक्टेड इन सीरीज और n नंबर ऑफ सेल ਅਸੀਂ ਲੈ ਲੇ ਜਿਹੜੇ ਸੀਰੀਜ਼ ਚ ਜੁੜੇ, ਇਹਨਾਂ ਚੋਂ ਹਰ ਸੈਲ ਦੀ EMF E ਤੇ ਇੰਟਰਨਲ ਰੈਜ਼ਿਸਟੈਂਸ R ਤੇ ਇਸ ਕੰਬੀਨੇਸ਼ਨ ਨੂੰ ਇੱਕ ਐਕਸਟਰਨਲ ਰੈਜ਼ਿਸਟਰ ਨਾਲ ਜੋੜਿਆ ਜਿਹਦੀ ਰੈਜ਼ਿਸਟੈਂਸ ਮੇਰੇ ਕੋਲ ਕੈਪੀਟਲ R ਗਿਵਨ ਤੇ ਆਪਾਂ ਕਿਹਾ ਸੀਗਾ ਕਿ ਜੇ ਸਰਕਟ ਦੇ ਵਿੱਚ ਕਰੰਟ I ਐਂਪੀਅਰ ਫਲੋ ਕਰੇ, ਠੀਕ ਹੈ, ਸੈਲ ਸੀਰੀਜ਼ ਚ ਬੇਟਾ ਤੇ ਸੀਰੀਜ਼ ਕੰਬੀਨੇਸ਼ਨ ਦੇ ਅੰਦਰ ਜਿੰਨੇ ਸੈਲ ਨੇ हना एदी हेल्प ना करंट दा फार्मूला ड्राइव करो ते ਆਪਾਂ ਕਿਹਾ ਸੀ करंट ਦਾ ਜਨਰਲ फार्मूला ਜਿਹੜਾ ਵਾ, ਠੀਕ ਹੈ, करंट ਦਾ ਜਨਰਲ फार्मूला डिफाइन करिए तो ਅਸੀਂ ਕਹਿੰਦੇ ਜੀ टोटल EMF बाय टोटल रेजिस्टेंस। ਸ਼ਾਰਟ ਚ ਲਿਖਾਂਗਾ टोटल EMF ਨੂੰ E ਡੈਸ਼ ਕਿਹਾ ਸੀ ਪੂਰੇ ਸਰਕਟ ਦੀ ਇੰਟਰਨਲ ਐਕਸਟਰਨਲ ਰੈਜ਼ਿਸਟੈਂਸ ਮਿਲਾ ਕੇ ਜਿਹੜੀ ਟੋਟਲ ਰੈਜ਼ਿਸਟੈਂਸ ਆ ਉਹਨੂੰ R ਡੈਸ਼ ਕਿਹਾ ਸੀ। ਅਸੀਂ ਕਿਹਾ ਸੀ ਪੁੱਤ ਜਦੋਂ ਸੈਲ ਸੀਰੀਜ਼ ਚ ਜੁੜਦੇ ਨਾ ਉਹਨਾਂ ਦੀ EMF ਡਾਇਰੈਕਟ ਐਡ ਹੁੰਦੀ ਹੈ। ਇਹਦਾ ਮਤਲਬ ਆਪਣੇ ਕੋਲ ਜਿਹੜੀ E ਡੈਸ਼ ਦੀ ਵੈਲਿਊ ਆ ਉਹਦੀ ਸੀ ਕਿਹਾ ਸੀ E+E, ਇਹਨੂੰ ਪਲੱਸ ਕਰਦੇ ਜਾਓ ਇਸ ਟਰਮ ਨੂੰ ਅਪ ਟੂ n ਟਾਈਮ ਤੇ देयरफॉर ਜਿਹੜੀ ਟੋਟਲ EMF ਹੋਏਗੀ ਉਹਦੀ ਵੈਲਿਊ ਬਣਦੀ n ਟਾਈਮ E। क्या ਇਹਨਾਂ ਕਲੀਅਰ ਆ? यस सर। यस सर। ਉਸ ਤੋਂ ਬਾਅਦ ਅਸੀਂ ਕਿਹਾ ਸੀ ਟੋਟਲ ਰੈਜ਼ਿਸਟੈਂਸ ਬਣਾਣੀ। ਟੋਟਲ ਰੈਜ਼ਿਸਟੈਂਸ ਦੋ ਚੀਜ਼ਾਂ ਦੇ ਕੰਬੀਨੇਸ਼ਨ ਤੋਂ ਬਣਦੀ। ਜਿੰਨੇ ਸੈੱਲ ਨੇ ਪਹਿਲਾਂ ਸਾਰੇ ਸੈੱਲ ਦੀ ਮਿਲਾ ਕੇ ਟੋਟਲ ਇੰਟਰਨਲ ਕੱਢ ਲਓ, ਫਿਰ ਉਹਨੂੰ ਐਕਸਟਰਨਲ ਨਾਲ ਜੋੜ ਲਓ। ਮੈਂ ਸਿੱਧੀ ਵੈਲਿਊ ਲਿਖ ਰਿਹਾ, ਆਪਾਂ ਲਿਖੀ ਸੀ ਜਿਹੜੀ ਟੋਟਲ ਰੈਜ਼ਿਸਟੈਂਸ ਆਏਗੀ ਉਹਦੀ ਵੈਲਿਊ ਆ ਜਾਣੀ R plus R up to n ਟਾਈਮ ਤੇ ਇੰਨੀ ਟਰਮ ਮੇਰੀ ਜਿਹੜੀ ਹੈਗੀ ਆ ਇਹ NR ਬਣ ਜਾਣੀ ਤੇ देयरफॉर ਸਾਡੀ ਟੋਟਲ ਰੈਜ਼ਿਸਟੈਂਸ ਆ ਗਈ R NR। ਜਦੋਂ ਟੋਟਲ ਰੈਜ਼ਿਸਟੈਂਸ ਤੇ ਟੋਟਲ EMF ਦੀ ਵੈਲਿਊ ਆ ਜੂ ਤੁਸੀਂ ਕਰੰਟ ਦਾ ਫਾਰਮੂਲਾ ਚ ਵੈਲਿਊ ਪੁੱਟ ਅਪ ਕਰ ਲੈਣੀ। देयरफॉर ਸਾਡੇ ਕੋਲ ਸਰਕਟ ਦੇ ਕਰੰਟ ਦਾ ਫਾਰਮੂਲਾ ਆ ਗਿਆ ਟੋਟਲ EMF ओवर टोटल रेजिस्टेंस। क्या आप फॉर्मूला क्लियर सारे ਨੂੰ? यस सर। यस सर। यस सर। यस सर। ਇਸ ਤੋਂ ਬਾਅਦ ਅਸੀਂ ਫਿਰ ਇਹ ਚ ਕੰਡੀਸ਼ਨ ਇਹ ਦਿੰਦੇ ਬੇਟਾ, ਇਹ ਹਰ ਆਰਟੀਕਲ ਚ ਦਵਾਂਗੇ। ਕੰਡੀਸ਼ਨ ਇਹ ਹੋਏਗੀ ਜੇ ਮੈਨੂੰ 10 ਸੈੱਲ ਦਿੱਤੇ ਆ ਤੇ ਪੁੱਛਿਆ ਇਹ ਜਾਵੇ ਕਿ ਵੀ ਤੁਸੀਂ ਇਹਨਾਂ ਨੂੰ ਸੀਰੀਜ਼ ਚਲਾਉਣਾ ਚਾਹੋਗੇ ਕਿ ਪੈਰਲਲ ਚ, ਕਹਿੰਦਾ ਜੀ ਕਰੰਟ ਮੈਕਸਿਮਮ ਚਾਹੀਦਾ, ठीक है, ਤੇ ਮੈਨੂੰ ਉਸ ਮੂਵਮੈਂਟ ਤੇ ਪ੍ਰੋਪਰਟੀ ਕਲੀਅਰ ਕਿੱਥੋਂ ਹੋਏਗੀ ਕਿ ਸਰਕਟ ਦੇ ਅੰਦਰ ਜਿਹੜੀ ਟੋਟਲ ਇੰਟਰਨਲ ਆ ਕਿਆ ਉਹ ਟੋਟਲ ਇੰਟਰਨਲ ਰੈਜ਼ਿਸਟੈਂਸ ਐਕਸਟਰਨਲ ਤੋਂ ਗ੍ਰੇਟਰ ਆ ਕਿ ਸਮਾਲਰ। ਉਹਦੇ ਚ ਪਹਿਲਾ ਕੇਸ ਅਸੀਂ ਇਹ ਬਣਾਇਆ ਸੀਗਾ ਕੇਸ 1 if R greater than NR ਸਰਕਟ ਦੀ ਐਕਸਟਰਨਲ ਰੈਜ਼ਿਸਟੈਂਸ ਦੀ ਵੈਲਿਊ, ਠੀਕ ਹੈ, ਜੇ ਸਰਕਟ ਦੇ ਸਾਰੇ ਸੈੱਲਾਂ ਦੀ ਮਿਲਾ ਕੇ ਇੰਟਰਨਲ ਰੈਜ਼ਿਸਟੈਂਸ ਤੋਂ ਜ਼ਿਆਦਾ ਹੋਵੇ, ठीक है, ਤੇ ਉਸ ਇਨਸਟੈਂਟ ਤੇ NR ਨੈਗਲੈਕਟ ਹੋ ਜਾਏਗਾ ਤੇ ਸਾਡੇ ਕਰੰਟ ਦਾ ਫਾਰਮੂਲਾ ਆਇਆ ਸੀਗਾ N ਟਾਈਮ E/R। ਤੇ ਆ ਇੰਨੀ ਗੱਲ ਕਹੀ ਸੀਗੀ ਕਿ ਜਿਹੜਾ E/R ਆ ਇਹ ਕਰੰਟ ਦੀ ਵੈਲਿਊ ਡਿਊ ਟੂ ਵਨ ਸੈੱਲ ਬਣਦਾ। ਜੇ EMF ਵਾਲਾ ਇੱਕ ਸੈੱਲ ਯਾਨੀ ਕੱਲਾ ਇੱਕ ਸੈੱਲ ਲਵਾਂ ਔਰ ਉਹਨੂੰ ਐਕਸਟਰਨਲ ਨਾਲ ਜੋੜਿਆ ਹੋਵੇ, ਜਿੰਨਾ ਇੱਕ ਸੈੱਲ ਐਕਸਟਰਨਲ ਰੈਜ਼ਿਸਟੈਂਸ ਕਰੰਟ ਦੇਗਾ इस केस च टोटल करंट जड़ा ओदे नालों n टाइम आ जाएगा। क्या आ गल समझ लगी?
Yes, sir. सर एक बारी रिपीट कर दो। यस सर। मैं ये क्या बच्चे कि भी जे मान लो इदां दे 10 सैल वा ना ਤੁਸੀਂ 10 ਸੈੱਲ ਸੀਰੀਜ਼ ਚ ਲਾ ਠੀਕ ਹੈ ਜੇ ਮੈਂ ਐਸਾ ਚ ਇਹ ਕਹਾਂ ਕਿ ਵੀ ਮੇਰੇ ਕੋਲ ਇੱਕੋ ਸੈੱਲ ਹੋਵੇ ਯਾਨੀ ਆਪਾਂ ਸਰਕਟ ਆ ਬਣਾ ਲਗੇ ਕਿ ਜੇ ਇੱਕ ਸੈੱਲ ਹੈਗਾ ਔਰ ਇਹਨੂੰ ਮੈਂ ਐਕਸਟਰਨਲ ਦੇ ਨਾਲ ਜੋੜਿਆ ਇਹਦੀ ਇੰਟਰਨਲ E ਆ ਇੰਟਰਨਲ ਇਹਦੀ R ਆ ਐਕਸਟਰਨਲ R ਜਿਹੜਾ ਇੱਕ ਸੈੱਲ ਇਸ ਵੇਲੇ ਸਰਕਟ ਚ ਕਰੰਟ ਦੇਗਾ ਉਹਦਾ ਫਾਰਮੂਲਾ ਅਸੀਂ ਲਿਖ ਦਿੰਦੇ E ਓਵਰ R यानी इतना करंट एक सेट रहेगा सर्किट के अंदर ते मेरा जेड़ा करंट बनया वो n टाइम करंट ड्यू टू वन सेल है ਇਹਦਾ मतलब जे सर्किट ਦੀ एक्सटर्नल रेजिस्टेंस इंटरनल तो ग्रेटर हुई ਤੇ ਤੁਹਾਡਾ ਟੋਟਲ ਕਰੰਟ ਸਰਕਟ ਨੇ ਜਿਹੜਾ ਦੇਣਾ ਵਾ ਹਨ ਸਾਰੇ ਸੈੱਲਾਂ ਨੇ ਮਿਲਾ ਕੇ ਜਿਹੜਾ ਟੋਟਲ ਕਰੰਟ ਦੇਣਾ ਉਹ n ਟਾਈਮ ਹੋ ਜਾਏਗਾ ਜਿੰਨਾ ਕਰੰਟ ਇੱਕ ਸੈੱਲ ਦਿੰਦਾ ਹੈ यानी जे 10 ਸੈੱਲ ਲੱਗੇ ਆ ਤੇ ਟੋਟਲ ਕਰੰਟ ਇੱਕ ਸੈੱਲ ਦੇ ਕਰੰਟ ਨਾਲੋਂ 10 ਟਾਈਮ प्रदीप कौन बचे सुखमन आज स्टेप क्लियर बेटा जो दसदा पे यस सर हो गया। चलो ਇਹਦਾ ਸੈਕਿੰਡ ਕੇਸ ਅਸੀਂ ਇਹ ਬਣਾਇਆ ਸੀਗਾ ਕਿ ਜੇ ਮੇਰੇ ਕੋਲ ਐਸ ਸੱਚ r ਦੀ ਵੈਲਿਊ nr ਤੋਂ ਸਮਾਲਰ ਹੋਵੇ ਤੇ ਜੇ nr ਵੱਡਾ ਹੋ ਗਿਆ ਤੇ r ਸਮਾਲਰ ਆਇਆ ਫਿਰ ਮੇਰੇ ਕੋਲ ਜਿਹੜਾ ਐਸ ਸੱਚ ਹੋਏਗਾ ਕਰੰਟ ਉਹਦੀ ਵੈਲਿਊ ਆ ਗਈ ne ਓਵਰ nr ਇਹ ਚ ਆਪਾਂ ਕਿ ਅਸੀਂ n ਕੈਨਸਲ ਹੋ ਜਾਣਾ ਤੇ ਕਰੰਟ ਦੀ ਵੈਲਿਊ ਜਿਹੜੀ ਕਰੰਟ ਦੀ ਵੈਲਿਊ ਆਏਗੀ ਉਹ e ਬਾਈ r ਆ ਗਈ ਤੇ ਪੁੱਤ e ਬਾਈ r ਮੇਰੇ ਕੋਲ ਜਿਹੜਾ ਕਰੰਟ ਆ ਇਹ ਇੱਕ ਸੈੱਲ ਦਾ ਕਰੰਟ ਆ ਤੇ ਇੱਕ ਸੈੱਲ ਦਾ ਕਰੰਟ ਜਿਹੜਾ ਹੋਏਗਾ ਤੇ ਜਿਹੜਾ ਸਰਕਟ ਦਾ ਟੋਟਲ ਕਰੰਟ ਉਹ ਇੱਕੋ ਬਰਾਬਰ ਹੈਗੇ मतलब ਇੱਥੇ ਮੈਂ 10 ਸੈੱਲ ਲਾਏ ਆ 10 ਸੈੱਲਾਂ ਨੇ ਮਿਲ ਕੇ ਵੀ ਕਰੰਟ ਜਿਹੜਾ ਵਾ ਉਹ ਇੱਕ ਸੈੱਲ ਦੇ ਬਰਾਬਰ ਹੀ ਦੇਣਾ ठीक है यानी करंट 10 टाइम नहीं हो पाया करंट एक सेल के बराबर ही रह गया जे एक्सटर्नल नालों इंटरनल रेजिस्टेंस ग्रेटर हुई ਇਹਦਾ मतलब इस मेथड ਦੇ ਅੰਦਰ ਮੈਨੂੰ 10 ਸੈੱਲ ਸੀਰੀਜ਼ ਚਲਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕਰੰਟ 10 ਟਾਈਮ ਨਹੀਂ ਹੋਇਆ ਕਰੰਟ ਇੱਕ ਸੈੱਲ ਦੇ ਬਰਾਬਰ ਹੀ ਇਹਦਾ मतलब ਸੀਰੀਜ਼ ਦੇ ਅੰਦਰ ਸੈੱਲ ਲਗਾਉਣ ਦੀ ਐਡਵਾਂਟੇਜ ਉਦੋਂ ਹੋਏਗੀ ਜੇ ਸਰਕਟ ਦੇ ਅੰਦਰ एक्सटर्नल रेजिस्टेंस इंटरनल ਤੋਂ ग्रेटर ਹੋਵੇ क्या आ कंडीशन क्लियर है सारी यस सर। यस सर। Yes, sir. ये तो टॉपिक बना ले बच्चे सेकंड हो जाएगा सेल इन पैरेलल मुझे यही सेल ਤੁਸੀਂ ਸੀਰੀਜ਼ ਚ ਨਾ ਲਗਾ ਕੇ ਪੈरेलल ਚ ਲਗਾ ਦਿੰਦੇ ਆਪਾਂ ਇਹੀ ਸੈੱਲ ਲੈ ਰਹੇ ਸਿਰਫ ਆਪਾਂ ਡਿਫਾਈਨ ਕੀ ਕਰਨ ਲੱਗੇ ਕਿ ਵੀ ਆਪਣੇ ਕੋਲ ਜਿਹੜੇ ਨੰਬਰ ਆਫ ਸੈਲ ਨੇ ਜਿਹੜੇ ਕੋਲ ਇਸ ਵੇਲੇ ਨੰਬਰ ਆਫ ਸੈਲਸ ਨੇ ਠੀਕ ਹੈ ਇਹ ਸਾਰੇ ਦੇ ਸਾਰੇ ਇੱਕ ਦੂਜੇ ਨਾਲ ਪੈरेलल ਚ ਜੁੜੇ ਤੇ ਟੋਟਲ ਨੰਬਰ ਆਫ ਸੈੱਲ ਜਿਹੜੇ ਨੇ ਉਹ ਅਸੀਂ m ਮੰਨ ਲਏ ਵੇਰੀਏਬਲ ਚੇਂਜ ਕਰ ਰਹੇ ਇੱਕ ਰੋ ਚ ਕਿੰਨੇ ਸੀ ਉਹਨੂੰ n ਮੰਨਿਆ ਵਾ ਇਦਾਂ ਦੀਆਂ ਕਿੰਨੀਆਂ ਰੋਜ਼ ਬਣੀਆਂ ਹੋਈਆਂ ਉਹਨਾਂ ਨੂੰ m ਕਹਿਣਾ ਪਿਆ ਕਿ ਵੇਰੀਏਬਲ ਕਲੀਅਰ ਆ यस सर। ਕੋਈ ਬਾਕੀ ਜਾਨੇ ਹੈਗੇ ਹੋ यस सर। हाँ जी सर. क्या वेरिएबल क्लियर है ये सारे यस सर। Yes, sir. यस सर। यस सर। ਜਿਹੜੇ ਆਇਡੈਂਟੀਕਲ ਈਐਮਐਫ ਵਾਲੇ ਸੈੱਲ ਹੈਗੇ ਆ ਉਹ ਆਪਾਂ ਇਹ ਕਹਿ ਰਹੇ ਕਿ ਆਪਾਂ ਪੈਰਲਲ ਚਲਾਏ ਆ ਬੇਟਾ ਤੇ ਪੁੱਤ ਪਿੱਛੇ ਆਪਾਂ ਇੱਕ ਰਿਜ਼ਲਟ ਬਣਾਇਆ ਸੀ ਜੇ ਅਨਆਇਡੈਂਟੀਕਲ ਈਐਮਐਫ ਵਾਲੇ ਸੈੱਲ ਆਇਡੈਂਟੀਕਲ ਨਹੀਂ ਕਹਿ ਰਿਹਾ ਅਨਆਇਡੈਂਟੀਕਲ ਈਐਮਐਫ ਵਾਲੇ ਸੈੱਲ ਆਪਾਂ ਪੈਰਲਲ ਚਲਾਈਏ ਤੇ ਉਹਦੀ ਇਕੁਇਵਲੈਂਟ ਈਐਮਐਫ ਦਾ ਫਾਰਮੂਲਾ ਆਇਆ ਸੀਗਾ E1R2 E2R1 R1 R2 क्या इतनी कंडीशन याद आ जो बोलता मैं यस सर। यस सर। Yes, sir. ठीक है ये रिजल्ट ਸੀਗਾ ਕਿ ਜਦੋਂ ਅਨਆਇਡੈਂਟੀਕਲ ਈਐਮਐਫ ਵਾਲੇ ਸੈੱਲ ਪੈਰਲਲ ਚ ਦੋ ਸੈੱਲ ਪੈਰਲਲ ਚ ਲਾਏ ਟੋਟਲ ਇਕੁਇਵਲੈਂਟ ਵੋਲਟੇਜ ਆ ਫਾਰਮੂਲੇ ਨਾਲ ਸੀ ਇਹ ਚ ਆਪਾਂ ਇੱਕ ਅਸੰਪਸ਼ਨ ਲਾਈ ਸੀ ਕਿ ਜੇ ਦੋਨੋਂ ਸੈੱਲ ਆਇਡੈਂਟੀਕਲ ਹੋ ਜਾਣ ਜੇ ਦੋਨੋਂ ਸੈੱਲ ਆਇਡੈਂਟੀਕਲ ਹੋ ਜਾਣ ਯਾਨੀ ਕੰਡੀਸ਼ਨ ਇਹ ਸੀ ਕਿ ਕੋਈ E1 E2 और दोनों ਨੂੰ ਕਾਮਨ ਸਿੰਬਲ E ਦੇ ਦਿਓ ਜੇ ਸੈੱਲ ਆਇਡੈਂਟੀਕਲ ਆ ਤਾਂ ਉਹਨਾਂ ਦੀ ਇੰਟਰਨਲ ਰੈਜ਼ਿਸਟੈਂਸ ਵੀ ਇਕੁਅਲ यानी R1 equal to R2 equal to R ਤੇ ਪੁੱਤਰ ਆ ਦੋਨੋਂ ਚੀਜ਼ਾਂ ਇਸ ਫਾਰਮੂਲੇ ਚ ਪੁੱਟ ਅਪ ਕਰਨ ਤੋਂ ਬਾਅਦ ਸਾਡੇ ਕੋਲ ਇਕੁਇਵਲੈਂਟ EMF ਦੀ ਵੈਲਿਊ E ਦੇ ਬਰਾਬਰ ਆਈ ਸੀ ਇਹਦਾ ਮਤਲਬ ਅਸੀਂ ਕੱਢਿਆ ਸੀਗਾ ਕਿ ਜੇ ਦੋ ਸੈੱਲ ਮੈਂ ਪੈਰਲਲ ਚਲਾਏ ਆ ਹੈਨਾ ਔਰ ਉਹ ਆਇਡੈਂਟੀਕਲ EMF ਦੇ ਤੇ ਜਿਹੜੀ ਟੋਟਲ ਵੋਲਟੇਜ ਆਏਗੀ EMF ਆਏਗੀ ਉਹ ਮੇਰੀ ਇੱਕ ਸੈੱਲ ਦੇ ਬਰਾਬਰ ਹੀ ਆਏਗੀ
ਇਸ ਮਤਲਬ ਜੇ ਮੈਂ 10 ਸੈੱਲ ਹਨਾ ਇੱਥੇ 10 ਸੈੱਲ ਮੈਂ ਪੈਰਲਲ ਚ ਜੋੜਾਂ ਸਾਰੇ ਆਇਡੈਂਟੀਕਲ ਈਐਮਐਫ ਵਾਲੇ ਸੈੱਲ ਆ ਤੇ ਉਹਦੀ ਟੋਟਲ ਵੋਲਟੇਜ ਜਿਹੜੀ ਆ ਉਹ ਇੱਕ ਸੈੱਲ ਦੇ ਬਰਾਬਰ ਹੀ ਰਹੇਗੀ। ਕੀ ਇਹ ਗੱਲ ਸਮਝ ਲੱਗਦੀ ਵੀ? Yes, sir. Yes, Yes, sir. sir. ਫਿਰ ਇੱਕ ਵਾਰੀ ਦੁਬਾਰਾ ਲਾਈਨ ਬੋਲਿਆ ਇੱਥੇ ਅਸੀਂ ਕਰੰਟ ਜਦੋਂ ਕੱਢਿਆ ਤੇ ਦੋ ਚੀਜ਼ਾਂ ਨਾਲ ਕੱਢਿਆ ਬੇਟਾ। ਪਹਿਲਾਂ ਟੋਟਲ ਈਐਮਐਫ ਦੇਖ ਲਓ ਕਿੰਨੀ ਤੇ ਟੋਟਲ ਰੈਜ਼ਿਸਟੈਂਸ। ਹੁਣ ਇਹੀ ਸੇਮ ਚੀਜ਼ ਇੱਥੇ ਵੀ ਸ਼ੁਰੂ ਕਰਾਂਗੇ। we know that current ਦਾ ਫਾਰਮੂਲਾ ਆ ਗਿਆ ਟੋਟਲ ਈਐਮਐਫ ਓਵਰ ਟੋਟਲ ਰੈਜ਼ਿਸਟੈਂਸ। ਲਿਖ ਲਿਆ ਜੀ। ਟੋਟਲ ਈਐਮਐਫ ਕਿੰਨੀ ਲਵਾਂ? ਇਹ ਤੁਸੀਂ ਕਿ ਅਸੀਂ ਸੈੱਲਾਂ ਸਾਰਿਆਂ ਦੀ ਈਐਮਐਫ ਡਾਇਰੈਕਟ ਐਡ ਹੋ ਕੇ ਤੇ ਟੋਟਲ ਬਣਦੀ ਹੈ ਜਿਹੜੀ n ਟਾਈਮ e ਬਣ। ਇਹ ਚ ਇਦਾਂ ਦਾ ਕੁਝ ਨਹੀਂ। ਇਹ ਚ ਅਸੀਂ ਕਹਿੰਦੇ ਕਿ ਜਿਹੜੀ ਟੋਟਲ ਈਐਮਐਫ ਹੋਏਗੀ ਉਹ e ਦੇ ਬਰਾਬਰ ਆ ਟੋਟਲ ਈਐਮਐਫ ਪੂਰੇ ਸਰਕਟ ਦੀ e ਦੇ ਬਰਾਬਰ ਕਿਉਂ ਲਿਖੀ? ਕੀ ਇਹ ਗੱਲ ਸਮਝ ਲੱਗਦੀ ਵੀ? Yes, sir. Yes, Yes, sir. sir. ਸੋ ਇਹਦੇ ਵਾਸਤੇ ਆਪਾਂ ਆ ਸਟੈਪ ਪਰਫਾਰਮ ਕਰਕੇ ਦਿਖਾਇਆ ਸੀਗਾ ਕਿ ਵੀ ਆਪਣੇ ਕੋਲ ਰਿਜ਼ਲਟ ਇਹ ਨਿਕਲਿਆ ਹੋਇਆ ਕਿ ਜਿੰਨੇ ਵੀ ਸੈੱਲ ਪੈਰਲਲ ਚ ਜੁੜਦੇ ਆ ਉਹਨਾਂ ਦੀ ਟੋਟਲ ਵੋਲਟੇਜ ਜਿਹੜੀ ਆ ਉਹ ਇੱਕ ਸੈੱਲ ਦੇ ਬਰਾਬਰ ਹੀ ਰਹਿੰਦੀ ਹੈ। ਜਿਹੜੀ E ਡੈਸ਼ ਵਾਲੀ ਵੈਲਿਊ ਬਣ ਗਈ। ਹੁਣ ਅਸੀਂ ਬਣਾਣੀ ਟੋਟਲ ਰੈਜ਼ਿਸਟੈਂਸ। ਸੈੱਲ ਸਾਰੇ ਕਿੱਦਾਂ ਜੁੜੇ ਆ? Parallel. Parallel. ਦੀ ਪ੍ਰੋਪਰਟੀ ਹੁੰਦੀ here total internal resistance circuit ਦੀ total internal resistance ਕੱਢੀਏ total internal resistance is given by 1 by r dash और ਇਹਦੀ ਵੈਲਿਊ ਮੇਰੇ ਕੋਲ ਆ ਜਾਏਗੀ sorry 1 by r dash equal to 1 by r ठीक है। और इस टर्म से ऐड कर देते हैं अप टू m टाइम। ठीक है ना? m सेल m टाइम से ये टर्म ऐड कीती है तो देयरफॉर ਜਿਹੜੀ 1 by r dash ਦੀ ਵੈਲਿਊ ਆ ਉਹ m by r ਆ ਜਾਏਗੀ ਜਿਹਦੇ ਤੋਂ r dash ਕੱਢ ਲਓ ਤੇ r dash ਦੀ ਵੈਲਿਊ ਬਣ ਗਈ r by m। क्या टोटल इंटरनल रेजिस्टेंस ਦੀ ਵੈਲਿਊ ਕਲੀਅਰ ਹੈ ਸਾਰਿਆਂ ਨੂੰ? Yes, sir. Yes, sir. Yes, sir. ਸੈੱਲ ਦੀ ਮਿਲਾ ਕੇ ਜਿੰਨੀ ਟੋਟਲ ਇੰਟਰਨਲ ਬਣੀ ਆ ਇਹਦੇ ਕੁਝ ਐਕਸਟਰਨਲ ਦੇ ਨਾਲ ਜਦੋਂ ਅਟੈਚ ਹੋਣਾ ਕਿੱਦਾਂ ਅਟੈਚ ਹੁੰਦੀ ਹੈ? Series. series. Now total resistance of circuit. Total resistance of circuit is given by ਉਹਨੂੰ ਸਿੰਬਲ r dash ਦਿੱਤਾ ਆਪਾਂ ਉਹ ਆ ਜਾਏਗੀ r plus r by m। ਅੱਜ ਇਹਨੂੰ ਸਰਕਲ ਕਰਦਾ ਪਿਆ ਇਹ ਮੇਰੇ ਸਰਕਟ ਦੀ ਟੋਟਲ ਰੈਜ਼ਿਸਟੈਂਸ ਆ ਗਈ। ਕੀ ਇਹਨਾਂ ਕਲੀਅਰ ਆ? Yes, sir. Yes, sir. Yes, sir. ਹੁਣ ਆਪਣੀ ਸਰਕਟ ਦੀ ਰੈਜ਼ਿਸਟੈਂਸ ਵੀ ਆ ਗਈ ਆਪਣੇ ਕੋਲ ਸਰਕਟ ਦੀ ਟੋਟਲ ਈਐਮਐਫ ਵੀ ਹੈਗੀ। ਕਰੰਟ ਦਾ ਫਾਰਮੂਲਾ ਦੇ ਦਿਓ। ਨਾਓ I ਦੀ ਵੈਲਿਊ ਆ ਜਾਏਗੀ ਟੋਟਲ ਈਐਮਐਫ E ਦੇ ਬਰਾਬਰ ਆ ਗਈ। ਟੋਟਲ ਰੈਜ਼ਿਸਟੈਂਸ ਦੀ ਵੈਲਿਊ ਆਪਣੇ ਕੋਲ ਆ ਗਈ R plus R by M। ਇਹਨੂੰ ਸੋਲਵ ਕਰ ਲਓ ਤੇ ਕਰੰਟ ਦਾ ਫਾਰਮੂਲਾ ਬਣ ਗਿਆ M time E M LCM लेके सॉल्व कर लो M टाइम E ओवर M R plus R। क्या फॉर्मूला क्लियर है जी? Yes, sir. Yes, sir. चलो ਹੁਣ ਇਹਦੇ ਵਿੱਚ ਸੇਮ ਉਹੀ ਦੋ ਕੰਡੀਸ਼ਨ ਫੇਰ ਲਾਓ ਜਿਹੜੀ ਆਪਾਂ ਉਹ ਚਲਾਈਆਂ ਸੀ। ਪਹਿਲੀ ਕੰਡੀਸ਼ਨ if R is greater than R dash ਕਹਿ ਰਿਹਾ R by M ਦੀ ਵੈਲਿਊ ਜਿਹੜੀ ਕਿ ਟੋਟਲ ਇੰਟਰਨਲ ਜੇ ਐਕਸਟਰਨਲ ਇੰਟਰਨਲ ਤੋਂ ਗ੍ਰੇਟਰ ਹੋਈ है ना उस मोमेंट पे किन्हों नेगलेक्ट कर दिए? Internal. इंटरनल ਤੇ ਜੇ ਮੈਂ ਇੰਟਰਨਲ ਨੈਗਲੈਕਟ ਕਰ ਦਵਾਂ ਇੱਥੇ ਚੁੱਕਦਾ ਬੈਠਾ ਹੂੰ ਜੇ ਆ ਟੋਟਲ r ਡੈਸ਼ ਨੂੰ ਮੈਂ ਨੈਗਲੈਕਟ ਕਰ ਲਿਆ ਤੇ ਕਰੰਟ ਦਾ ਫਾਰਮੂਲਾ ठीक है इस केस के अंदर मेरे को ਜਿਹੜਾ करंट ਦਾ ਫਾਰਮੂਲਾ ਵਾ ਉਹ E by R ਰਹਿ ਜੂ ਬੇਟਾ। Yes, sir. Yes, sir. ਇਹਦਾ ਮਤਲਬ ਜਿਹੜਾ ਪੂਰੇ ਸਰਕਟ ਦਾ ਕਰੰਟ ਆ ਉਹ ਇੱਕ ਸੈੱਲ ਦੇ ਬਰਾਬਰ ਆਏਗਾ ਜੇ ਐਕਸਟਰਨਲ ਇੰਟਰਨਲ ਤੋਂ ਗ੍ਰੇਟਰ ਤੇ ਜੇ ਇਹਦਾ ਸੈਕੰਡ ਕੰਬੀਨੇਸ਼ਨ ਲਿਖੀਏ ਜਿਹਦਾ ਸੈਕੰਡ ਕੰਬੀਨੇਸ਼ਨ ਲਿਖੀਏ if R is lesser than R dash ਫਿਰ ਇਸ ਫਾਰਮੂਲੇ ਦੇ ਵਿੱਚੋਂ ਆਪਾਂ R ਕੈਪੀਟਲ ਨੂੰ ਨੈਗਲੈਕਟ ਕਰ ਲਓ R by M ਦੇ ਕੰਪੈਰੀਟਿਵਲੀ देयरफॉर इस केस के अंदर करंट की वैल्यू M टाइम E by R आ गई। क्या इतनी गल क्लियर है? Yes, sir. Yes, sir. Yes, sir. मैं ਹੁਣ ਇਹਨੂੰ ਫੇਰ ਪੜਾ ਤੇ ਆ E by R ਜਿਹੜਾ ਵਾ ਇਹ ਕਰੰਟ ਇਨਟੂ 1 ਸੈੱਲ
है ना। ये करंट मेरा ड्यू टू वन सेल आ गया, ਇਹਦਾ मतलब आ कि जे इंटरनल रेजिस्टेंस एक्सटर्नल तो ग्रेटर हुई इंटर, ये पुत दिमाग च रखने पैने वर्ड कि कदों केड़ा कॉम्बिनेशन जे इंटरनल जिहड़ी हैगी आ वो एक्सटर्नल तो ग्रेटर हुई ते उदों टोटल करंट ज्यादा, ठीक है जी, मेरे को रिसीव हुंदा, ठीक है। जबकि पिछले केस च चलीए ਇਹਦੇ ਨਾਲ ਕੰਪੇਅਰ ਕਰੀਏ, ਉਦੋਂ ਸੀਗਾ ਕਿ ਜੇ एक्सटर्नल इंटरनल तो ग्रेटर आ फिर टोटल करंट एन टाइम आंदा, ਇਹ ਚਾਹੀਦਾ कि जे एक्सटर्नल इंटरनल तो छोटी आ फिर करंट ਜਿਹੜਾ एम टाइम आ, यानी ये दोनों के रिजल्ट एक दूजे तो रिवर्स बनते पे कि इतनी गल समझ लगती भी। Yes, sir. Yes, sir. Yes, sir. Yes, sir. ਜੇ ਆਪਾਂ ਨੂੰ ਇਹ ਪੁੱਛਿਆ ਜਾਵੇ ਜੀ ਤੁਹਾਡੇ ਕੋਲ 10 ਸੈੱਲ ਦਿੱਤੇ ਆ, ਠੀਕ ਹੈ, when will you prefer, ਠੀਕ ਹੈ ਜੀ, 10 cell to be connected in series and when you will ਕਰਨਾ ਜੀ connect the cell in parallel, ਤੇ ਸਿੰਪਲ ਕੰਡੀਸ਼ਨ ਇਹ ਹੋਏਗੀ ਕਿ ਅਸੀਂ ਐਕਸਟਰਨਲ ਤੇ ਇੰਟਰਨਲ ਰੈਜ਼ਿਸਟੈਂਸ ਚੈੱਕ ਕਰਾਂਗੇ। ਜਿਹੜੇ 10 ਸੈੱਲ ਨੇ ਮੈਨੂੰ ਦਿੱਤੇ ਹੋਣੇ, ਉਹਨਾਂ 10 ਸੈੱਲਾਂ ਦੀ ਮੈਂ ਟੋਟਲ ਇੰਟਰਨਲ ਕੱਢਾਂਗਾ ਸੀਰੀਜ਼ ਨਾਲ ਵੀ ਤੇ ਪੈਰਲਲ ਨਾਲ ਵੀ। टोटल रेजिस्टेंस जी मेरे को आएगी उन्होंने मैं एक्सटर्नल रेजिस्टेंस ना कंपेयर करके फिर असं ये देखेंगे कि भी जे एक्सटर्नल इंटरनल तो ग्रेटर हुई then we prefer the series combination of cell and if external lesser than internal हुई तो then we prefer the कहना जी parallel combination of cell। क्या ये series और parallel वाले दोनों केसेस क्लियर है? Yes, sir. Yes, sir. Yes, sir. Yes, sir. Yes. करिए अगला कंटिन्यू। कुछ हैगा कुछ? Yes, sir. कोई आवाज आ रही है? Yes, sir. Yes, sir. मैं लैपटॉप पे पीछे की होया माड़ा या ती बोलेगी, मैं कहा कि करिए अगला कंटिन्यू, भी बोलिया ही नहीं। चलो नेक्स्ट जरा वा इच लास्ट कॉम्बिनेशन है बेटा, ते ऐसा च कह लो कि जे पुराने एडिशन के अकॉर्डिंगली चलिए तो थोड़ा चैप्टर यानी यूनिट सेकंड दा चैप्टर 1 हो गया, ठीक है, ओदा लास्ट टॉपिक बनना मेन अपना। ते जे नवे एडिशन के अकॉर्डिंगली चलिए तो चैप्टर 3 थोड़ा कंटिन्यू है बेटा, ठीक है। लास्ट थर्ड कॉम्बिनेशन मिक्स्ड कॉम्बिनेशन। मिक्स्ड कॉम्बिनेशन आ जाएगा कि भी ਤੁਹਾਡੇ ਕੋਲ ਜਿੰਨੇ ਸੈੱਲ ਦਿੱਤੇ ਹੋਏ ਆ ਤੁਸੀਂ ਸੀਰੀਜ਼ और पैरेलल दोनों कॉम्बिनेशन ले रहे हैं, पहले ਉਹਦਾ सर्किट बना रहे हैं, कुछ ਅਸੀਂ दिखा रहे हैं कि भी मेरे ਕੋਲ ਇੱਕ रो ਦੇ ਅੰਦਰ, ठीक है, एक रो ਦੇ ਅੰਦਰ ਜਿੰਨੇ ਸੈੱਲ ਲੱਗਨੇ ਆ ਤੇ ਆਪਾਂ ਨੂੰ ਨਾਮ ਦਿੱਤਾ ਸੀ ਕਿ ਵੀ n ਨੰਬਰ ਆਫ ਸੈੱਲ ਆਪਾਂ ਐਸਾ ਇੱਕ ਰੋ ਚ ਅਟੈਚ ਕਰਦੇ ਆ। ਹੁਣ ਇਦਾਂ ਦੀਆਂ ਮੇਰੇ ਕੋਲ ਨੰਬਰ ਆਫ ਰੋਜ਼ ਨੇ, ਇਦਾਂ ਦੀਆਂ ਆਪਣੇ ਕੋਲ ਨੰਬਰ ਆਫ ਰੋਜ਼ ਨੇ, ठीक है, जिन्होंने आप एसएच एक दूजे ना पैरेलल च अटैच किया, इन्हें सारियां नंबर ऑफ रोज ਜਿਹੜੀਆਂ ਨੇ, ठीक है, इथे नु डॉटेड लाइन दिखा दो, डॉटेड ਦਾ मतलब है कि भी ਆਪਾਂ एक पैटर्न एक्सटेंड ਕਰਦੇ ਪਏ, ठीक है। इस कॉम्बिनेशन ਨੂੰ ਤੁਸੀਂ एसएच ਜਿਹੜਾ ਵਾ ਉਹ ਇੱਕ एक्सटर्नल रेजिस्टेंस ਨਾਲ अटैच कर ਦਿੰਦਾ, आर ओम एक्सटर्नल आ गई, एक रोज जिन्ने सेल आ वो n ਮੰਨੇ, ਇਦਾਂ ਦੀਆਂ ਜਿਹੜੀਆਂ ਰੋਜ਼ ਨੇ ਉਹ m ਕਹਿ ਰਹੇ ਹਾਂ। क्या इतनी गल क्लियर? Yes, sir. Yes, sir. Yes, sir. ਇਹ ਚ ਹਰ ਸੈਲ ਦੀ EMF ER ਇੰਟਰਨਲ ਰੈਜ਼ਿਸਟੈਂਸ R ਆ, ਇਹ ਵੇਰੀਏਬਲ ਹੋਣਗੇ ਆਪਣੇ ਕੋਲ ਸੇਮ। ਉਹ ਕਹਿੰਦਾ ਜੀ ਪੂਰੇ ਸਰਕਟ ਦੀ EMF ਕੱਢੋ ਪਹਿਲਾਂ ਕਿੰਨੀ ਬਣਨੀ, ਫਿਰ ਪੂਰੇ ਸਰਕਟ ਦੀ ਯਾਨੀ ਰੈਜ਼ਿਸਟੈਂਸ ਕੱਢੋ ਕਿੰਨੀ ਬਣਨੀ, ਫਿਰ ਉਹ ਤੋਂ ਕਰੰਟ ਕੱਢਾਂਗੇ। क्या इतनी गल समझ लगी बच्चे? Yes, sir. Yes, sir. जी हाँ, क्लियर है ना? जी सर। ठीक है। कृतिका Yes, sir. है गए हो? प्रतिष्ठा, Yes, sir. मुस्कान, Yes, sir. चलो हुन इस सर्किट के अंदर के सेम शुरू करिए।
we know that current का formula total EMF by total resistance, ठीक है। ਹੁਣ ਪਹਿਲਾਂ total EMF बनाई, एक रो च जितने सेल आओगे ਉਹਦੀ total EMF कितनी बननी है? N into E. Total EMF of one row, एक रो ਦੀ कितनी EMF बननी है? N E. बिल्कुल, एक रो च n ਸੈੱਲ ਲੱਗੇ ਆ ਤੇ ਹਰ ਸੈੱਲ e EMF ਵਾਲਾ ਵਾ, ਇਹ ਮਤਲਬ ਟੋਟਲ EMF ਜਿਹੜੀ NE ਆ ਗਈ, ਇਹ ਆਈ ਇੱਕ ਰੋ ਦੀ। ਗੱਲ ਸਮਝਿਓ ਧਿਆਨ ਨਾਲ। ਹੁਣ ਇਹਦਾ ਦੀਆਂ ਕਿੰਨੀਆਂ ਰੋਜ਼ ਨੇ? 3 M rows. M rows. m ਰੋਜ਼, ਤੇ ਜਿਹੜੇ m ਰੋਜ਼ ਨੇ, ਯਾਨੀ ਜੇ ਹੁਣ ਆਪਾਂ ਆ ਸਰਕਟ ਦੀ ਮੋਡੀਫਾਈਡ ਫਾਰਮ ਬਣਾ ਲਈਏ, ਇੱਕ ਸੈੱਲ ਜਿਹੜਾ ਵਾ ਇੱਕ ਰੋ ਚ ਆਇਆ, ਉਹਦੀ EMF NE ਹੋਗੀ, ਅਗਲੀ रो ਦੀ EMF भी NE होगी, लास्ट रो ਦੀ EMF भी NE होगी, और इदां ਦੀਆਂ m रोज ने। पूरे सर्किट ਦੀ EMF कितनी बनी? M E. M N E. हाँ जी, M N E. M E. M N E. N into E. m into N into E. N into E, sir. Sir, M into E. m की कह रहे हो? m Number of rows. n नकोदर बोलते पे? N Sir, M. Nakoder, sir. हाँ, हिमांशु Sir, N E. NE, बिल्कुल। उधर ਆਪਾਂ ਪਿਛਲੇ ਟੌਪਿਕਸ ਦੀ ਗੱਲ ਕਰਕੇ m into NE ਨਹੀਂ ਆਣਾ, ਆਪਾਂ ਕਿਹਾ ਸੀ ਇੱਕ ਰੋ ਚ ਜਿੰਨੀ ਟੋਟਲ ਵੋਲਟੇਜ ਬਣੀ ਹੈ, ਮਨ ਠੀਕ ਹੈ ਬੇਟਾ, ਇੱਕ ਰੋ ਚ ਜਿੰਨੀ ਟੋਟਲ ਵੋਲਟੇਜ ਬਣੀ ਆ, ਇਦਾਂ ਦੇ m ਸੈੱਲ ਲੱਗੇ ਆ, ਤੇ ਜੇ ਇਦਾਂ ਦੇ m ਸੈੱਲ ਲੱਗੇ ਤਾਂ ਅਸੀਂ ਕਿਹਾ ਪੈਰਲਲ ਦੇ ਵਿੱਚ ਜਿੰਨੀ ਵੋਲਟੇਜ ਇੱਕ ਰੋ ਦੀ ਆ, ਜਿੰਨੀ ਵੋਲਟੇਜ ਆ ਇੱਕ ਸੈੱਲ ਦੀ ਆ, ਹਨਾ, ਜਿਹੜਾ ਕਿ ਟੋਟਲ ਨੂੰ ਮਿਲਾ ਕੇ ਬਣ ਗਿਆ, ਤੇ ਪੂਰੇ ਸਰਕਟ ਦੀ ਵੋਲਟੇਜ ਵੀ ਉਨੀ ਹੀ ਰਹਿ ਜਾਂਦੀ। ਇਹਦਾ ਮਤਲਬ ਜੇ ਮੈਂ ਇੱਥੇ ਟੋਟਲ EMF ਲਿਖਾਂ, therefore total EMF of whole circuit, ਪੂਰੇ ਦੇ ਪੂਰੇ ਸਰਕਟ ਦੀ ਅਸੀਂ ਟੋਟਲ ਵੋਲਟੇਜ ਲਿਖਣੀ, ਉਹਨੂੰ ਸਿੰਬਲ E ਡਬਲ ਡੈਸ਼ ਦੇ ਦੇਣਾ, ਤੇ ਉਹਦੀ ਵੈਲਿਊ E ਡੈਸ਼ ਦੇ ਬਰਾਬਰ, ਜਿਹੜੀ NE ਲੈ ਦੂੰ। ਕੀ ਆ ਸਟੈਪ ਸਾਰਿਆਂ ਨੂੰ ਕਲੀਅਰ ਆ? yes sir Yes, sir. Yes, sir. ਚਲੋ ਹੁਣ ਬਣਾਓ ਇੱਕ ਰੋ ਦੀ ਇੰਟਰਨਲ, ਤੇ ਪੂਰੇ ਸਰਕਟ ਦੀ ਇੰਟਰਨਲ, ਤੇ ਫਿਰ ਪੂਰੇ ਸਰਕਟ ਦੀ ਇੰਟਰਨਲ ਨੂੰ ਐਕਸਟਰਨਲ ਨਾਲ ਜੋੜਾਂਗੇ। ਜੇ ਆਪਾਂ ਇੱਥੇ ਲਿਖ ਕੇ ਚਲੀਏ ਨਾਓ, ਇੰਟਰਨਲ ਰੈਜ਼ਿਸਟੈਂਸ ਆਫ ਵਨ ਰੋ, ਇੱਕ ਰੋ ਦੀ ਆਪਾਂ ਇੰਟਰਨਲ ਲਿਖਣੀ ਹੋਵੇ ਤੇ ਆਪਣੇ ਕੋਲ ਆ ਗਿਆ R plus R up to n टाइम, और इस सारी वैल्यू सिंबल स्मॉल r डैश देना पे, ਤੇ देयरफॉर एक रो दी इंटरनल आ गई nr। ਹੁਣ nr ਵਾਲੀਆਂ ਆਪਣੇ ਕੋਲ ਇਦਾਂ ਦੀਆਂ ਕਿੰਨੀਆਂ ਰੋਜ਼ ਨੇ ਜੀ? M rows. m ਰੋਜ਼, ਹਨਾ, ਯਾਨੀ ਇਹਦੀ ਰੈਜ਼ਿਸਟੈਂਸ nr, ਇਹਦੀ ਵੀ nr, ਇਹਦੀ ਵੀ nr, ਔਰ ਇਹ nr ਪੈਰਲਲ ਚ ਜੁੜੀਆਂ। ਇਹਦਾ ਮਤਲਬ ਟੋਟਲ ਇੰਟਰਨਲ ਕੱਢਣੀ ਹੋਵੇ, टोटल इंटरनल रेजिस्टेंस लिखनी होवे, ते टोटल इंटरनल रेजिस्टेंस इज गिवन बाय, ओदा फार्मूला लावा ते 1 बाय r डबल डैश, ठीक है, ओदी वैल्यू आ गई 1 बाय nr, 1 बाय nr, और ये प्लस कीता सी इदा अप टू m टाइम। क्या आ स्टेप सारे नु क्लियर आ? Yes, sir. Yes, sir. Yes, sir. therefore r डबल डैश की वैल्यू है ना, r डबल डैश के जो रेसिप्रोकल भी नाल ही करन लगिया, ਇਹਦੀ वैल्यू nr by m आ जाएगी। क्या आ टोटल इंटरनल रेजिस्टेंस क्लियर है जी? Yes, sir. Yes, sir. Yes, sir. जितनी पूरे सर्किट दी इंटरनल आई आ, इन्हें एक्सटर्नल नाल कितना जुड़ना? series Series. Remember now total resistance of circuit, total resistance of circuit is, ਉਹਦਾ ਸਿੰਬਲ ਅਸੀਂ r ਡਬਲ ਡੈਸ਼ ਲਿਖ ਲਿਆ ਸੀ ਇੱਥੇ,
r डबल डैश की वैल्यू मेरे को आ गई कहना जी एक्सटर्नल हैगी मेरी r ते इंटरनल हैगी मेरी r डबल डैश यानी r प्लस r डबल डैश देयरफॉर साडी पूरे सर्किट दी रेजिस्टेंस आ गई r प्लस n r बाय m के आ टोटल रेजिस्टेंस कितनी आई क्या ये समझ लगी? Yes, sir. Yes, sir. यार विच Yes, sir. Yes, sir. पैसे होके पढ़ते बिल्कुल पैसे वाला काम बंद करो यार क्या हैगे हो बाकी जाने? Yes, sir. Yes, sir. Yes, sir. Yes, sir. Yes, sir. Yes, sir. ਹੁਣ ਇਹ ਜਿੰਨੀ ਸਰਕਟ ਦੀ ਟੋਟਲ ਐਕਸਟਰਨਲ ਆਪਣੀ ਟੋਟਲ ਰੈਜ਼ਿਸਟੈਂਸ ਬਣ ਗਈ ਤੇ ਜਿਹੜੀ ਸਰਕਟ ਦੀ ਟੋਟਲ ਈਐਮਐਫ ਹੈ ਇਹਦੀ ਰੇਸ਼ੋ ਲਿਖੋ ਤੇ ਆਪਣਾ ਕਰੰਟ ਡਿਫਾਈਨ ਕਰੋ देयरफॉर I ਦੀ ਵੈਲਿਊ ਆ ਗਈ NE ਓਵਰ ਟੋਟਲ ਰੈਜ਼ਿਸਟੈਂਸ ਦੀ ਵੈਲਿਊ ਸੀ ਆਪਣੀ R NR/M ਇਹਨੂੰ ਸੋਲਵ ਕਰ ਲਈਏ MNE ਓਵਰ ਆ ਜਾਏਗਾ MR NR इतना मेरे को सर्किट दा टोटल करंट आएगा when the number of cells they are connected in mixed combination क्या पहले इतनी गल क्लियर है? Yes, sir. sir. Yes, sir. Yes, sir. ਹੁਣ ਸੁਣੋ ਗੱਲ ਧਿਆਨ ਨਾਲ ਅਸੀਂ ਪਿੱਛੇ ਇਹ ਗੱਲ ਕੀਤੀ ਸੀਗੀ ਕਿ ਜੇ ਐਕਸਟਰਨਲ ਇੰਟਰਨਲ ਤੋਂ ਗ੍ਰੇਟਰ ਹੋਵੇ ਸੈੱਲ ਕਿਦਾਂ ਜੋੜਾਂਗੇ? Series. सीरीज जे एक्सटर्नल इंटरनल तो स्मॉलर होवे फिर सेल किदा अटैच करिए? parallel, Parallel. ਤੇ ਜੇ ਹੁਣ ਸੋਚ ਕੇ ਚੱਲੀਏ ਐਕਸਟਰਨਲ ਇੰਟਰਨਲ ਤੋਂ ਗ੍ਰੇਟਰ ਤੇ ਐਕਸਟਰਨਲ ਇੰਟਰਨਲ ਤੋਂ ਸਮਾਲਰ ਦੋ ਕੇਸ ਨਿਕਲ ਗਏ ਤੇਰਾ ਕਿਹੜਾ ਤੀਜਾ ਰਹਿ ਗਿਆ? equal, Equal the ਇਸ ਦੇ ਅੰਦਰ ਕੀ ਹੈ ਐਕਸਟਰਨਲ ਤੇ ਇੰਟਰਨਲ ਇਕੁਅਲ ਦਾ ਕੇਸ ਬਣਨਾ ਹੁਣ ਉਹੀ ਸੇਮ ਕੇਸ ਵਿੱਚ ਬੰਨਾ ਕਿਦਾਂ ਵਾ ਉਹਨੂੰ ਸਮਝਿਓ ਦੋ ਮੈਥਡ ਨਾਲ ਦੱਸਾਂਗਾ ਉਸ ਚੀਜ਼ ਨੂੰ ਠੀਕ ਹੈ ਜੇ ਮੈਨੂੰ ਕਰੰਟ ਮੈਕਸਿਮਮ ਚਾਹੀਦਾ ਪਿਛਲੇ ਦੋ ਕੇਸ ਵਿੱਚ ਅਸੀਂ ਕਰੰਟ ਦੀ ਮੈਕਸਿਮਮ ਵੈਲਿਊ ਲਿੱਤੀ ਹੈ ਇੱਥੇ ਲਿਖਾ ਦਿੱਤਾ ਕਹਾਂਗਾ ਨਾਓ I equal to I max करंट ਦੀ ਵੈਲਿਊ ਮੈਨੂੰ ਮੈਕਸਿਮਮ ਚਾਹੀਦੀ ਤੇ ਕਰੰਟ ਬਣਦਾ ਪਿਆ ਮੇਰੇ ਕੋਲ ਆ ਸਾਰੀ ਟਰਮ ਦੇ ਨਾਲ ਔਰ ਅਸੀਂ ਗੱਲ ਕਰਦੇ ਪਏ ਰੈਜ਼ਿਸਟੈਂਸ ਦੀ ਅਸੀਂ ਕਹਿੰਦੇ ਕਿ I ਦੀ ਵੈਲਿਊ I max ਹੋਏਗੀ if MR plus NR equal to minimum यानी जे ਇਹਦਾ डिनोमिनेटर ਦੀ ਵੈਲਿਊ ਮਿਨੀਮਮ ਹੋਵੇ ਜਿਹੜੀ ਕਿ 0 ਹੋਵੇ ਤੇ ਮੇਰਾ ਕਰੰਟ ਮੈਕਸਿਮਮ ਆਊਗਾ? Yes. Yes, sir. therefore ਇਹਦੇ ਜੇ ਇਹਦਾ ਕਹਿ ਦਈਏ MR plus NR equal to 0 ਤੇ ਇਹਨੂੰ ਸੋਲਵ ਕਰ ਲਵਾਂ ਤੇ ਮੇਰੇ ਕੋਲ ਰਿਜ਼ਲਟ ਇਹ ਆ ਗਿਆ MR equal to -NR ਇਹ ਤੋਂ R ਕੱਢ ਲਵਾਂ ਤੇ R ਦੀ ਵੈਲਿਊ ਬਣ ਗਈ NR/M ठीक है ਹੁਣ ਇੱਧਰ ਨਿਗਾਹ ਮਾਰੋ NR/M ਮੇਰੇ ਸਰਕਟ ਦੀ ਟੋਟਲ ਇੰਟਰਨਲ है ना और R मेरी एक्सटर्नल है ਇਹਦਾ ਮਤਲਬ ਰਿਜ਼ਲਟ ਇਹ ਨਿਕਲਿਆ ਮਾਈਨਸ ਛੱਡ ਦਾਂਗੇ ਕਿਉਂਕਿ ਰੈਜ਼ਿਸਟੈਂਸ 네ਗੇਟਿਵ ਨਹੀਂ ਹੁੰਦੀ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਐਕਸਟਰਨਲ ਰੈਜ਼ਿਸਟੈਂਸ ਦੀ ਵੈਲਿਊ ਇੰਟਰਨਲ ਰੈਜ਼ਿਸਟੈਂਸ ਦੇ ਇਕੁਅਲ ਆ ਜਾਏ ਤੇ ਉਦੋਂ ਤੁਹਾਡੇ ਕੋਲ ਜਿਹੜਾ ਵਾ ਕਰੰਟ ਮੈਕਸਿਮਮ ਆਏਗਾ ਯਾਨੀ ਅਸੀਂ ਉਦੋਂ ਮਿਕਸਡ ਕੰਬੀਨੇਸ਼ਨ ਪ੍ਰੈਫਰ ਕਰਦੇ ਹਾਂ ਕੀ ਆ ਗੱਲ ਕਲੀਅਰ ਆ? Yes, sir. Yes, sir. ਹੁਣ ਆਹੀ ਚੀਜ਼ ਨੂੰ ਦੁਬਾਰਾ ਸਮਝੋਗੇ ਠੀਕ ਹੈ ਇੱਕ ਮੈਥਡ ਅਸੀਂ ਆ ਲਾ ਲਿਆ ਕਿ ਵੀ ਇਹ ਮਿਨੀਮਮ ਚਾਹੀਦਾ ਔਰ ਮਿਨੀਮਮ ਵੈਲਿਊ ਅਸੀਂ ਇਹਦੀ 0 ਮੰਨ ਲਈ ਆ ਦੋ ਲਾਈਨਾਂ 'ਚ ਮੈਂ ਇਹਦੀ ਡੈਰੀਵੇਸ਼ਨ ਦਾ ਆ ਪਾਰਟ ਲਿਖਿਆ ਇਹ 'ਚ ਰੈਜ਼ਿਸਟੈਂਸ 네ਗੇਟਿਵ ਸਾਈਨ ਦਿਖਾਉਂਦੀ ਪਈ ਜੇ ਮੈਂ ਇਹ 네ਗੇਟਿਵ ਸਾਈਨ ਕੰਸੀਡਰ ਨਹੀਂ ਕਰਨਾ ਤੇ ਬੇਟਾ ਉਹਨੇ ਇਹਦੀ ਇੱਕ ਮੈਥਮੈਟੀਕਲ ਫਾਰਮੇਸ਼ਨ ਕੀਤੀ ਕਿਹੜੇ ਵੇ ਨਾ ਉਹ ਸਮਝਿਓ ਆਪਾਂ ਇਹ ਕਿਤੇ ਇਹਦਾ ਸ਼ੁਰੂ ਕਰਦੇ ਇਸ ਚੀਜ਼ ਨੂੰ कहना जी a plus b equal to 0 ठीक है या मैं कहना a plus b ਦੀ ਵੈਲਿਊ ਮੇਰੇ ਕੋਲ ਜਿਹੜੀ ਆ ਇਹ ਅਸੀਂ ਕਹਿੰਦੇ ਜੀ ਮਿਨੀਮਮ ਹੁਣ a plus b ਨੂੰ ਸਿਰਫ ਉਹਨੇ ਲਿਖਣ ਦਾ ਮੈਥਮੈਟੀਕਲ ਫਾਰਮੂਲਾ ਬਣਾਤਾ ਕੁਝ ਨਹੀਂ ਕੀ ਗਿਆ ਇਹਨੂੰ a ਨੂੰ ਮੈਂ ਰੂਟ a ਸਕੁਅਰ ਪੜ ਲਵਾਂ b ਨੂੰ ਮੈਂ ਰੂਟ b ਸਕੁਅਰ ਪੜ ਲਵਾਂ ਇਹਦੇ ਵਿੱਚੋਂ -2 ਰੂਟ a ਰੂਟ b ਮਾਈਨਸ ਕਰਾਂ ਤੇ 2 ਰੂਟ a रूट b प्लस करा क्या इतनी गल समझ लगी जो लिखी? Yes, sir. Yes, sir. Yes, sir. ठीक है जी और ये सारी वैल्यू मिनिमम क्योंकि आ टर्म ਅਸੀਂ ਕਹਿੰਦੇ ਪਏ ਆਪਸ ਵਿੱਚ ਕੈਨਸਲ ਹੋ ਜਾਂਦੀ रूट a ਦੇ ਸਕੁਅਰ ਨਾਲ रूट ਕੈਨਸਲ ਕਰੋ ਤੇ a ਹੀ ਰਹਿ ਗਿਆ ਆ ਮੇਰਾ b ਆ ਹਨਾ ਹੁਣ ਉਹਨੇ ਇਹਨੂੰ ਐਸ ਐਚ ਕੀ ਕੀਤਾ ਆ ਇੰਨੀ ਚੀਜ਼ ਜਿਹਨੂੰ ਅੰਡਰਲਾਈਨ ਕਰ ਰਿਹਾ ਬੇਟਾ
जे इन्नी चीज नु पढ़ा ये रूट a माइनस रूट b दा होल स्क्वायर बनदा। Yes, sir. ਆਪਾਂ सेम यही चीज अपने किस ਥਾਂ ਤੇ ਲਾ ਲੱਗੇ एम आर ਤੇ एन आर ਦੇ ਉੱਤੇ। एम आर ਨੂੰ ਮੈਂ a ਮੰਨ ਲਵਾਂ एन आर ਨੂੰ मैं b ਮੰਨ ਲਵਾਂ ਤੇ ਇਹੀ ਕੰਡੀਸ਼ਨ ਆਪਾਂ ਇਹਦਾ ਲਿਖ ਦਈਏ ਅੱਜ ਨਾ ਲਿਖਿਆ रूट एम आर ਦਾ ਸਕੁਅਰ प्लस रूट एन आर ਦਾ ਸਕੁਅਰ माइनस 2 रूट एम आर इनटू एन आर प्लस 2 रूट एम आर इनटू रूट एन आर इक्वल टू मिनिमम। क्या स्टेप क्लियर होया? Yes, sir. Yes, sir. Yes, sir. हुन इनु जे मैं पढ़ा इन्नी चीज नु ते इनु को मैं रूट एम आर माइनस रूट एन आर दा होल स्क्वायर लिख सकदा। हाँ जी सर। ਇਹਦਾ मतलब अपने को स्टेप पे बनेगा therefore रूट एम आर माइनस रूट एन आर, ठीक है, रूट एम आर माइनस रूट एन आर का होल स्क्वायर, ठीक है, प्लस आ जी टर्म भाई वो इदा दे लिख लो प्लस 2 रूट एम आर इनटू रूट एन आर इक्वल टू मिनिमम। क्या आ स्टेप क्लियर है? Yes, sir. Yes, sir. Yes, sir. ओए न्याणियों इतना समय लग रहा? Yes, sir. Yes, sir. Yes, sir. ਹੁਣ ਸਮਝੋਗੇ। ਹੁਣ ਜੇ ਇਹ ਸਾਰੇ ਦੀ ਸਾਰੀ ਵੈਲਿਊ ਬੇਟਾ ਮੇਰੀ ਮਿਨੀਮਮ ਆ ਹੈ ਨਾ, ਉਹ ਕਹਿੰਦਾ ਵੀ ਇਹਨਾਂ ਚ ਇਹਨੂੰ ਮਿਨੀਮਮ ਕਿਹਨੇ ਕਰਾਇਆ? ਜੇ ਮੈਂ ਇਹ ਬਣਾ ਇਹ ਸਾਰੀ ਚੀਜ਼ ਦੀ ਵੈਲਿਊ 0 ਆ, ਉਹ ਕਹਿੰਦਾ ਵੀ ਇਹ ਸਾਰੀ ਟਰਮ ਨੂੰ 0 ਕਿਹਨੇ ਕਰਾਇਆ? ਹੁਣ ਇੱਥੇ m ਤੇ n ਮੇਰੇ ਜਿਹੜੇ ਨੇ ਇਹ ਨਾਨ ਜ਼ੀਰੋ, m ਹੈਗੀਆਂ ਕਿੰਨੀਆਂ ਰੋਜ਼ ਨੇ ਹੈ ਨਾ, ਤੇ ਅਸੀਂ ਇਹ ਨਹੀਂ ਕਹਿੰਦੇ 0 ਰੋ ਆ, n ਮੇਰੀਆਂ ਇੱਕ ਰੋ ਚ ਸੈੱਲ ਵਾ। ਇਹਦਾ ਮਤਲਬ ਨਾ ਤਾਂ ਇੱਕ ਰੋ ਦੇ ਵਿੱਚ ਸੈੱਲ 0 ਆ ना मेरी नंबर ऑफ रोज 0 m और n ਦੇ ਵਿੱਚੋਂ ਕੋਈ ਟਰਮ 0 ਨਹੀਂ ਹੈਗੀ, ਇਸ ਲਈ ਜੇ m और n 0 ਨਹੀਂ, ਦੂਜਾ एक्सटर्नल रेजिस्टेंस ਤੇ इंटरनल ਦੀ ਆਪਸ ਦੇ ਵਿੱਚ ਫਾਈਨਾਈਟ ਵੈਲਿਊ ਆ, ਇਹਦਾ ਮਤਲਬ ਆ ਪ੍ਰੋਡਕਟ ਵਾਲੀ ਟਰਮ ਜਿਹੜੀ ਇਹ ਤਾਂ ਨਹੀਂ 0 ਹੋਈ ਹੋ। No, sir. Yes, sir. ਰਿਪੀਟ ਕਰ ਰਿਹਾ, ਗੱਲ ਨੂੰ ਸਮਝਿਓ ਧਿਆਨ ਨਾਲ, ਜੇ ਕਿਸੇ ਦੇ ਦਿਮਾਗ 'ਚ ਨਹੀਂ ਗੱਲ ਆਈ ਹੋਵੇ। जे आ सारी टर्म मिनिमम है ना, वो कहता भी इस सारी एक्सप्रेशन नु मिनिमम कराया किने? ਅਸੀਂ ਕਹਿੰਦੇ ਜੀ ਆ ਰੂਟ 2 ਇਨਟੂ ਰੂਟ mr ਇਨਟੂ nr ਇਹ ਮਿਨੀਮਮ ਨਹੀਂ ਹੋ ਸਕਦਾ। ਉਹ ਕਹਿੰਦਾ ਵੀ ਕਿਉਂ ਨਹੀਂ ਹੋ ਸਕਦਾ? ਇਹਨੂੰ ਮਿਨੀਮਮ ਹੋਣ ਵਾਸਤੇ ਜਾਂ ਤਾਂ m ਨੂੰ ਜਾਂ n ਨੂੰ ਜਾਂ r ਨੂੰ ਜਾਂ ਸਮਾਲ r ਨੂੰ ਕਿਸੇ ਇੱਕ ਨੂੰ 0 ਹੋਣਾ ਪਏਗਾ। ਤੇ ਪਰ ਇਹ ਚਾਰੇ ਦੇ ਚਾਰੇ ਚੀਜ਼ਾਂ m ਵੀ n ਵੀ r ਵੀ ਤੇ ਸਮਾਲ r ਵੀ ਇਹ ਚਾਰੇ ਦੇ ਚਾਰੇ ਚੀਜ਼ਾਂ ਦੀ ਮੇਰੀ ਫਾਈਨਾਈਟ ਵੈਲਿਊ। ਉਹ ਕਹਿੰਦਾ ਇਹਦਾ ਮਤਲਬ ਆ ਵਾਲੀ ਪ੍ਰੋਡਕਟ ਵਾਲੀ ਟਰਮ ਤੇ ਮਿਨੀਮਮ ਨਹੀਂ ਹੈ। ਫਿਰ ਅਸੀਂ ਜੇ ਮਿਨੀਮਮ ਕਰੀਏ, ਜੇ ਪੂਰਾ ਐਕਸਪ੍ਰੈਸ਼ਨ ਮਿਨੀਮਮ ਹੋਇਆ ਤੇ देयरफॉर रूट mr माइनस रूट nr ਦਾ ਹੋਲ ਸਕੁਅਰ कहना जी दिस टर्म शुड बी इक्वल टू मिनिमम इक्वल टू 0। क्या आ स्टेप समझ आया? सर रिपीट करेगा तो अब ये क्या बच्चे, जे आ पूरे दी पूरी एक्सप्रेशन जेडी इक्वेशन लिखी आ ये मिनिमम, वो कहता भाई ये मिनिमम किने कराया? वो कहता जी इन्नी टर्म नु मिनिमम किने कराया? ਅਸੀਂ ਕਹਿੰਦੇ ਜਾਂ ਤਾਂ ਆ ਜਿਹੜੀ ਮੇਰੇ ਕੋਲ ਟਰਮ ਹੋਏਗੀ ਬ੍ਰੈਕਟਡ ਇਹਨੇ, ਤੇ ਜਾਂ ਫਿਰ ਇਸ ਪ੍ਰੋਡਕਟ ਵਾਲੀ ਟਰਮ। ਤੁਸੀਂ ਇਹ ਕਹਿ ਰਹੇ ਪ੍ਰੋਡਕਟ ਵਾਲੀ ਟਰਮ ਮਿਨੀਮਮ ਨਹੀਂ ਹੋ ਸਕਦੀ ਇਹਦੇ ਅੰਦਰ, ਉਹਦਾ ਪੋਸੀਬਲ ਕਾਜ਼ ਦਿੰਨੇ ਪਏ ਆ ਕਿ ਵੀ m ਤੇ n ਦੋਨੋਂ ਦੇ ਦੋਨੋਂ ਫਾਈਨਾਈਟ ਵੈਲਿਊ ਆ, ਇਹ ਦੋਨੋਂ 0 ਨਹੀਂ ਹੋ ਸਕਦੇ। एक्सटर्नल रेजिस्टेंस ਤੇ ਇੰਟਰਨਲ ਸਰਕਟ ਚ ਕਨੈਕਟਡ ਆ, ਉਹ ਦੋਨਾਂ ਚ ਕੋਈ ਵੀ ਨਹੀਂ 0 ਹੈਗੀ। ਇਹਦਾ ਮਤਲਬ ਆ ਪੂਰੇ ਦੀ ਪੂਰੀ ਟਰਮ ਇਹ ਤਾਂ ਨਹੀਂ ਨਾ ਫਿਰ 0 ਹੋਈ ਹੋਊਗੀ, ਇਹਨੇ ਤਾਂ ਨਹੀਂ ਨਾ ਮਿਨੀਮਮ ਕਰਾਇਆ ਹੋਊਗਾ। हाँ जी सर। ਇਹਦਾ ਮਤਲਬ ਫਿਰ ਮਿਨੀਮਮ ਪੂਰੇ ਐਕਸਪ੍ਰੈਸ਼ਨ ਨੂੰ ਜੇ ਕਿਸੇ ਚੀਜ਼ ਨੇ ਮਿਨੀਮਮ ਕਰਾਇਆ ਤਾਂ ਉਹਦਾ ਜੀ ਆ ਰੂਟ mr ਮਾਈਨਸ ਰੂਟ nr ਦਾ ਹੋਲ ਸਕੁਅਰ ਜਿਹੜਾ ਇਹ ਮਤਲਬ ਇਹਦੀ ਵੈਲਿਊ ਵੀ ਮਿਨੀਮਮ ਹੋਏਗੀ। Yes sir। ਉਹ ਕਹਿੰਦਾ ਹੁਣ ਜੇ ਇਹ ਸਾਰੀ ਟਰਮ 0 ਹੈ ਨਾ, ਆਪਾਂ ਕੀ ਕਰੀਏ ਆ ਸਕੁਅਰ ਜਿਹੜਾ ਪਹਿਲਾਂ ਖਤਮ ਕਰੋ। ਸਕੁਅਰ ਨੂੰ ਖਤਮ ਕਰਨ ਦਾ ਮੈਥਡ ਹੋਏਗਾ ਦੋਨੋਂ ਪਾਸੇ, ਠੀਕ ਹੈ ਜੀ, ਸਕੁਅਰ ਰੂਟ ਲੈ ਲਓ। 0 ਦਾ ਸਕੁਅਰ ਰੂਟ 0 ਰਹਿ ਜਾਣਾ, ਇਧਰੋਂ ਸਕੁਅਰ ਖਤਮ ਹੋ ਜਾਣਾ। इसमें नेक्स्ट स्टेप मेरा ए बन जाएगा, नेक्स्ट स्टेप ए बन जाएगा रूट mr माइनस रूट nr इक्वल टू 0। मुड़ के की करो आ माइनस वाली टर्म दूसरे पासे ले जाओ, अपनी टर्म आ गई रूट mr
equal to root NR ਤੇ ਨੈਕਸਟ ਲਾਈਨ ਚ ਜੇ ਸਕੇਅਰਿੰਗ ਕਰਨਾ ਤੇ ਸਕੇਅਰਿੰਗ both sides ਤੇ ਆਪਣਾ ਰਿਜ਼ਲਟ ਆ ਜਾਏਗਾ MR equal to NR therefore R equal to NR by M इन्हीं गल समझ लगी यस सर ਹੁਣ ਇੱਕ ਚੀਜ਼ ਸਮਝੋ ਰਿਜ਼ਲਟ ਇੱਥੇ ਵੀ ਉਹੀ ਸੀਗਾ ਠੀਕ ਹੈ ਰਿਜ਼ਲਟ ਉੱਥੇ ਵੀ ਉਹੀ ਹੈ ਰਿਜ਼ਲਟ 'ਚ ਕੋਈ ਡਿਫਰੈਂਸ ਨਹੀਂ ਹੈਗਾ ਇੱਕੋ ਹੀ ਕੰਡੀਸ਼ਨ ਆ ਕਿ ਜੇ ਮਿਕਸਡ ਕੰਬੀਨੇਸ਼ਨ ਦੇ ਅੰਦਰ ਕਰੰਟ ਮੈਕਸਿਮਮ ਚਾਹੀਦਾ ਹੋਵੇ ਉਹਦੇ ਲਈ ਐਕਸਟਰਨਲ ਰੈਜ਼ਿਸਟੈਂਸ ਜਿਹੜੀ ਆ ਉਹ ਇੰਟਰਨਲ ਰੈਜ਼ਿਸਟੈਂਸ ਦੇ ਇਕੁਅਲ ਆਣੀ ਚਾਹੀਦੀ ਹੈ ਕੀ ਪਹਿਲਾਂ ਇੰਨੀ ਗੱਲ ਸਮਝ ਲੱਗੀ Yes, sir. Yes, sir. यस सर ਕੀ ਸਾਰਿਆਂ ਨੂੰ ਕਲੀਅਰ ਆ Yes, sir. Yes. ਸੋ ਥਰਡ ਕੇਸ ਇਹ ਆ ਪਹਿਲਾ ਕੇਸ ਇੱਕ ਵਾਰੀ ਤੈਨੇ ਕਨਕਲੂਡ ਕਰ ਰਿਹਾ ਪਹਿਲਾ ਇਹ ਸੀਗਾ ਕਿ ਜੇ ਐਕਸਟਰਨਲ ਇੰਟਰਨਲ ਤੋਂ ਗ੍ਰੇਟਰ ਆ ਫਿਰ ਸੈੱਲ ਸੀਰੀਜ਼ ਚ ਅਟੈਚ ਕਰੀਦੇ ਆ ਜੇ ਇੰਟਰਨਲ ਐਕਸਟਰਨਲ ਤੋਂ ਗ੍ਰੇਟਰ ਹੋ ਜੇ ਤਾਂ ਸੈੱਲ ਪੈਰਲਲ ਚ ਅਟੈਚ ਕਰੀਦੇ ਤੇ ਜੇ ਐਕਸਟਰਨਲ ਤੇ ਇੰਟਰਨਲ ਦੋਨੋਂ ਇਕੁਇਵਲੈਂਟ ਦਿੱਤੀਆਂ ਨੇ ਠੀਕ ਹੈ ਤੇ ਦੈਨ ਵੀ ਆਲਵੇਜ਼ ਪ੍ਰੈਫਰ ਦਾ ਮਿਕਸਡ ਕੰਬੀਨੇਸ਼ਨ ਆਫ ਸੈੱਲ ਕਿ ਇੰਨੀ ਗੱਲ ਕਲੀਅਰ Yes, sir. Yes, sir. ਚਲੋ ਲਾਸਟ ਵਰਡ ਲੈ ਰਿਹਾ ਇਹਦੇ ਨਾਲ ਹੀ ਇੱਕ ਸਟੇਟਮੈਂਟ ਆਏਗੀ ਟਰਮ ਹੈਗੀ ਆ ਮੈਕਸਿਮਮ ਪਾਵਰ ਟ੍ਰਾਂਸਫਰ ਥਿਓਰਮ ਟੌਪਿਕ ਦਾ ਨਾਮ ਆ ਮੈਕਸਿਮਮ ਪਾਵਰ ਟ੍ਰਾਂਸਫਰ ਥਿਓਰਮ ਸਿਰਫ ਸਟੇਟਮੈਂਟ ਆ ਉਹਦਾ ਪ੍ਰੂਫ ਨਹੀਂ ਹੈਗਾ ਤੁਹਾਡੇ ਸਿਲੇਬਸ ਕਹਿੰਦਾ ਜੀ ਅਕੋਰਡਿੰਗ ਟੂ ਦਾ ਥਿਓਰਮ we will have to say maximum power will be delivered to the load resistance if load resistance is always equal to internal resistance ਦੁਬਾਰਾ ਬੋਲਾਂਗਾ ਅਸੀਂ ਕਹਿੰਦੇ ਕਿ ਵੀ ਕਿਸੇ ਡਿਵਾਈਸ ਨੂੰ ਤੁਸੀਂ ਸੈੱਲਾਂ ਦੇ ਕੰਬੀਨੇਸ਼ਨ ਨਾਲ ਕਰੰਟ ਸਪਲਾਈ ਕਰ ਰਹੇ ਹੋ ਬੇਟਾ ਜਿੱਦਾਂ ਆਪਾਂ ਉੱਪਰਲੇ ਸਰਕਟ 'ਚ ਦਿਖਾਇਆ ਕਿ ਵੀ ਆਪਣੇ ਕੋਲ ਨੰਬਰ ਆਫ ਸੈਲਸ ਆ ਔਰ ਉਹਦੇ ਕੰਬੀਨੇਸ਼ਨ ਨੂੰ ਇਸ ਐਕਸਟਰਨਲ ਰੈਜ਼ਿਸਟੈਂਸ ਦੇ ਕ੍ਰਾਸ ਤੁਸੀਂ ਜਿਹੜਾ ਕਰੰਟ ਸੈਂਡ ਕਰਦੇ ਪਏ ਉਹ ਕਹਿੰਦਾ ਇਸ ਐਕਸਟਰਨਲ ਰੈਜ਼ਿਸਟੈਂਸ ਦਾ ਦੂਜਾ ਨਾਮ ਇਹਨੂੰ ਲੋਡ ਰੈਜ਼ਿਸਟੈਂਸ ਵੀ ਕਹਿੰਦੇ ਭਈ ਇੱਥੇ ਲੋਡ ਪੈਣਾ ਉਹ ਕਹਿੰਦਾ ਜੀ ਕੰਡੀਸ਼ਨ ਇਹ ਹੋਏਗੀ ਕਿ ਜੇ ਮੈਂ ਐਸ ਸੱਚ ਐਕਸਟਰਨਲ ਰੈਜ਼ਿਸਟੈਂਸ ਜਿਹਨੂੰ ਲੋਡ ਰੈਜ਼ਿਸਟੈਂਸ ਕਹਿੰਦਾ ਮੈਨੂੰ ਉਹਦੇ ਵਿੱਚ ਪਾਵਰ ਡਿਲੀਵਰ ਮੈਕਸਿਮਮ ਚਾਹੀਦੀ ਹੈ ਇਨਪੁਟ ਸਰਕਟ ਤੋਂ ਜਿੰਨੀ ਪਾਵਰ ਮਿਲਦੀ ਪਈ ਆ ਉਹ ਆਊਟਪੁੱਟ ਸਰਕਟ ਨੂੰ ਅਸੀਂ ਟ੍ਰਾਂਸਫਰ ਕਰਨਾ ਚਾਹ ਰਹੇ ਬੇਟਾ ਮਤਲਬ ਮੈਂ ਐਸ ਸੱਚ ਬਲਬ ਤੋਂ ਯਾਨੀ ਸਵਿਚ ਨੂੰ ਔਨ ਕੀਤਾ ਉਤੋਂ ਮੈਨੂੰ ਐਸ ਸੱਚ ਜਿਹੜੀ ਇਲੈਕਟ੍ਰੀਕਲ ਪਾਵਰ ਮਿਲੀ ਉਹਦੇ ਨਾਲ ਮੇਰੇ ਕੋਲ ਜਿਹੜਾ ਐਸ ਸੱਚ ਮੇਰੀ ਫੈਨ ਹੈਗਾ ਪੱਖਾ ਹੈਗਾ ਹਨਾ ਇਹਦੇ ਵਿੱਚ ਮੈਕਸਿਮਮ ਮਕੈਨੀਕਲ ਪਾਵਰ ਬਣੇ ਉਹ ਕਹਿੰਦਾ ਕਿ ਐਸ ਸੱਚ ਇਨਪੁਟ ਪਾਵਰ ਆਊਟਪੁੱਟ ਨੂੰ ਮੈਕਸਿਮਮ ਡਿਲੀਵਰ ਹੋਏਗੀ if external resistance is equal to internal resistance of the circuit मतलब जिन्ने सैल ने उन्हें सारे सैलों की मिला के जिन्नी टोटल इंटरनल रेजिस्टेंस आ जे वो एक्सटर्नल कह रहे हैं जिदा फैन दी रेजिस्टेंस होगी जे एक फैन दी रेजिस्टेंस ते सैलों की मिला के टोटल रेजिस्टेंस आपस में इक्वल है ते उस केस दे अंदर एस सच फैन नू मैक्सिमम पावर डिलीवर होएगी ते इनू सी मैक्सिमम पावर ट्रांसफर थ्योरम कहने क्या गल समझ आई Yes, sir. Yes, sir. ठीक है Yes, sir. मैक्सिमम पावर ट्रांसफर थ्योरम लास्ट टाइम ਉਹਦੀ ਸਟੇਟਮੈਂਟ ਰਿਪੀਟ ਕਰ ਰਿਹਾ ਅਕੋਰਡਿੰਗ ਟੂ ਮੈਕਸਿਮਮ ਪਾਵਰ ਟ੍ਰਾਂਸਫਰ ਥਿਓਰਮ ਪਾਵਰ ਡਿਲੀਵਰਡ ਟੂ ਦਾ ਲੋਡ ਰੈਜ਼ਿਸਟੈਂਸ is maximum only if external resistance of the circuit is always equal to total internal resistance of the circuit ਜੇ ਇਹ equal ਆ ਤੇ ਅਸੀਂ ਕਹਿੰਦੇ ਜੀ ਪਾਵਰ ਡਿਲੀਵਰ ਮੈਕਸਿਮਮ ਹੋਊਗੀ क्या इना क्लियर है सारे Yes, Yes. sir. Yes, sir. यस सर चलो ਤੁਹਾਡੇ ਐਸਐਚ ਇਸ ਚੈਪਟਰ ਦੇ ਟੌਪਿਕ ਜਿਹੜੇ ਬੇਟਾ ਉਹ ਕੰਪਲੀਟ ਆ ਤੇ ਇਹ ਤੋਂ ਅੱਗੇ ਆਪਣਾ ਸ਼ੁਰੂ ਹੋਣਾ ਕਿਰਚੌਫ ਲੋ ਠੀਕ ਹੈ ਉਹ ਨਵਾਂ ਟੌਪਿਕ ਬਣਨਾ ਠੀਕ ਹੈ ਤੇ ਕੋਸ਼ਿਸ਼ ਕਰਿਓ ਗਰੁੱਪ 'ਚ ਮੈਸੇਜ ਪਾਈਓ ਮਨਨ ਕਿ ਕੱਲ ਨੂੰ ਕਲਾਸ ਕੋਈ ਮਿਸ ਨਾ ਕਰੇ ਉਹਨਾਂ ਟੌਪਿਕ ਦੀ ਲੋੜ ਪੈਣੀ ਆਪਾਂ ਨੂੰ ਬਹੁਤ ਜ਼ਿਆਦਾ ਠੀਕ ਹੈ ਬੱਚੇ Okay, sir.